ਇਸ ਪੌੜੀ ਦੇ ਦੁਆਰਾ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜੋ ਕੁਝ ਵੀ ਹੈ ਉਹ ਸਾਰਾ ਕੁਝ ਝੂਠ ਦੀ ਨਿਆਈ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਚੌਥੀ ਪੌੜੀ ਦੀ ਪਹਿਲੀ ਪੰਕਤੀ ਉਚਾਰਨ ਕਰਕੇ ਹਜ਼ੂਰ ਬਖਸ਼ਿਸ਼ ਕਰਦੇ ਨੇ, ਮਿਥਿਆ ਤਨ ਧਨ ਕੁਟੰਬ ਸਬਾਇਆ। ਮਿਥਿਆ ਦਾ ਅਰਥ ਕਰਾਂਗੇ ਆਪਾਂ ਜੋ ਕੁਝ ਸਾਨੂੰ ਦਿਸ ਰਿਹਾ ਹੈ ਨਾ, ਉਹ ਕੁਝ ਵੀ ਨਹੀਂ ਹੈ, ਪਰ ਅਸੀਂ ਉਸ ਨੂੰ ਸਭ ਕੁਝ ਮੰਨ ਕਰਕੇ ਬੈਠੇ ਹਾਂ। ਮਿਥਿਆ ਦਾ ਅਰਥ ਹੈ ਝੂਠ। ਮਿਥਿਆ ਦਾ ਅਰਥ ਹੈ ਕਿ ਸਾਡੇ ਮਨ ਦਾ ਇੱਕ ਬਹੁਤ ਵੱਡਾ ਭੁਲੇਖਾ ਤੇ ਭਰਮ ਅਸੀਂ ਪਾਲਿਆ ਹੋਇਆ ਹੈ। ਕਈ ਵਾਰੀ ਆਪਾਂ ਇੱਕ ਸ਼ਬਦ ਬੋਲਦੇ ਹਾਂ ਜਿਹਨੂੰ ਆਖਦੇ ਹਾਂ ਆਪਾਂ ਮਿਥਿਹਾਸ। ਮਿਥਿਹਾਸ ਦਾ ਇਹ ਭਾਵ ਹੁੰਦਾ ਹੈ ਕਿ ਜਿਹੜੀ ਚੀਜ਼ ਹੈ ਨਹੀਂ, ਪਰ ਉਹਨੂੰ ਹੋਣ ਦੇ ਨਾਤੇ ਦੇ ਉੱਪਰ ਪ੍ਰਚਾਰ ਦੇਣਾ। ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਇਹ ਤਾਂ ਬਚਨ, ਇਹ ਗੱਲ ਜਿਹੜੀ ਹੈ ਇਹ ਇਤਿਹਾਸਕ ਹੈ, ਭਾਵ ਕਿ ਪੱਕੀ ਹੈ। ਇੱਕ ਬਚਨ ਆਪਾਂ ਵਰਤਦੇ ਹਾਂ ਕਿ ਇਹ ਤਾਂ ਮਿਥਿਹਾਸ ਹੈ, ਭਾਵ ਕਿ ਗੱਲ ਹੈ ਨਹੀਂ, ਪਰ ਇਸ ਗੱਲ ਨੂੰ ਵੱਡਾ ਕਰਕੇ ਪ੍ਰਚਾਰਿਆ ਜਾ ਰਿਹਾ ਹੈ। ਉਹਦੇ ਨਾਲ ਵੀ ਮਿਥ ਹਾਸ ਸ਼ਬਦ ਵਰਤਿਆ ਜਾਂਦਾ ਹੈ। ਮਿਥਿਆ ਦਾ ਭਾਵ ਇਹ ਹੈ ਕਿ ਜੋ ਹੈ ਨਹੀਂ, ਪਰ ਸਾਡੇ ਮਨ ਨੇ ਇਹਨੂੰ ਮੰਨਿਆ ਹੋਇਆ ਹੈ। ਜਿਹਨੂੰ ਭਗਤ ਜੀ ਗੁਰਬਾਣੀ ਦੇ ਅੰਦਰ ਆਖਦੇ ਨੇ, ਮਾਧ ਵੇ ਕਿਆ ਕਹੀਐ ਭ੍ਰਮ ਐਸਾ। ਭ੍ਰਮ ਕੀ ਹੁੰਦਾ ਹੈ? ਇੱਕ ਬਹੁਤ ਵੱਡਾ ਭੁਲੇਖਾ ਹੈ। ਮਾਧ ਵੇ ਕਿਆ ਕਹੀਐ ਭ੍ਰਮ ਐਸਾ। ਹੇ ਮਾਧੋ, ਹੇ ਪਰਮੇਸ਼ਰ ਵਾਹਿਗੁਰੂ, ਸਾਡੇ ਜੀਵਾਂ ਦੇ ਮਨ ਦੇ ਅੰਦਰ ਇੱਕ ਬਹੁਤ ਵੱਡਾ ਭਰਮ ਤੇ ਭੁਲੇਖਾ ਬੈਠਿਆ ਹੋਇਆ ਹੈ। ਅਸੀਂ ਉਹਦੇ ਬਾਬਤ ਕੀ ਕਹੀਏ? ਤਾਂ ਉੱਥੇ ਅੱਗੇ ਭਗਤ ਜੀ ਆਖਦੇ ਨੇ, ਭੁਲੇਖਾ ਕਿਹੜਾ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਕੁਝ ਅਸੀਂ ਮੰਨ ਰਹੇ ਹਾਂ ਨਾ, ਉਹ ਕੁਝ ਹੈ ਨਹੀਂ। ਉਹਨੂੰ ਆਪਾਂ ਸ਼ਬਦ ਵਰਤਦੇ ਹਾਂ ਭੁਲੇਖਾ। ਆਪਾਂ ਕਈ ਵਾਰੀ ਕਹਿੰਦੇ ਨਾ, ਮੈਨੂੰ ਭੁਲੇਖਾ ਪਿਆ ਵੀ ਉਹ ਚੀਜ਼ ਹੈ ਤਾਂ ਨਹੀਂ ਸੀ, ਪਰ ਉਹਦਾ ਭੁਲੇਖਾ ਜਿਹਾ ਪੈ ਗਿਆ। ਕਿਸੇ ਚੀਜ਼ ਦਾ ਭਰਮ ਬੈਠ ਗਿਆ ਮਨ ਦੇ ਅੰਦਰ। ਤਾਂ ਇੱਥੇ ਸਤਿਗੁਰੂ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਇਹ ਮਿਥਿਆ ਸ਼ਬਦ ਵਾਰ-ਵਾਰ ਵਰਤਣਗੇ। ਤਾਂ ਹਜ਼ੂਰ ਇਹ ਬਚਨ ਵਰਤਦੇ ਨੇ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ। ਤੇਰਾ ਤਨ ਵੀ ਝੂਠ ਹੈ, ਮਿਥਿਆ ਹੋਇਆ ਹੈ। ਧਨ ਵੀ ਜਿਹੜਾ ਹੈ ਉਹ ਵੀ ਝੂਠ ਹੈ। ਕੁਟੰਬ ਦਾ ਭਾਵ ਹੁੰਦਾ ਹੈ ਪਰਿਵਾਰ। ਸਬਾਇਆ ਦਾ ਭਾਵ ਹੈ ਸਾਰਾ ਕੁਝ। ਜੋ ਕੁਝ ਵੀ ਦੇਖ ਰਹੇ ਹਾਂ, ਇਹ ਸਾਰਾ ਕੁਝ ਹੀ ਝੂਠ ਦੀ ਬੁਨਿਆਦ ਹੈ, ਲੁਭਾਈਮਾਨ ਹੈ। ਸੋ ਇੱਥੇ ਸਤਿਗੁਰਾਂ ਨੇ ਸਾਰਿਆਂ ਤੋਂ ਪਹਿਲਾਂ ਤਨ ਸ਼ਬਦ ਵਰਤਿਆ। ਇਹਦੇ ਤਨ ਦਾ ਅਰਥ ਹੁੰਦਾ ਹੈ ਆ ਸਾਡਾ ਜਿਹੜਾ ਸਰੀਰ ਹੈ। ਇਹਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਮਿਥਿਆ ਹੈ, ਇਹ ਝੂਠ ਹੈ, ਇਹ ਨਾਸਵੰਤ ਹੈ। 100 ਸਾਲ ਪਿਛਾਂਹ ਨੂੰ ਨਿਗਾਹ ਮਾਰ ਕਰਕੇ ਦੇਖ, ਕਿੰਨੇ ਸਰੀਰ ਮਿਟ ਗਏ। ਸਾਡੇ ਆਸ-ਪਾਸ ਵਾਲੇ ਵੀ ਮਿਟ ਰਹੇ ਨੇ। ਤੇ 100 ਸਾਲ ਦੇ ਤੱਕ, ਕਿਉਂਕਿ ਕਲਯੁਗ ਦੇ ਅੰਦਰ ਇੰਨੀ ਕੁ ਉਮਰ ਮੰਨੀ ਗਈ ਹੈ, ਇੰਨੇ ਕੁ
ਸਾਲਾਂ ਤੋਂ ਬਾਅਦ ਨਿਗਾਹ ਮਾਰ ਕਰਕੇ ਦੇਖਣਾ ਹੈ ਤੇ ਆ ਵੀ ਸਰੀਰ ਜਿਹੜਾ ਹੈ ਇਹ ਵੀ ਨਾਸਵੰਤ ਹੋ ਜਾਣਾ ਹੈ। ਅੰਦਾਜ਼ਾ ਆਪਾਂ ਇੰਨਾ ਕੁ ਲਾ ਸਕਦੇ ਹਾਂ, ਬਾਕੀ ਉਸ ਪਰਮੇਸ਼ਰ ਨੂੰ ਪਤਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ ਸੋਰਠ ਰਾਗ ਦੇ ਅੰਦਰ। ਇੱਥੇ ਸਤਿਗੁਰਾਂ ਨੇ ਕਿਹਾ ਮਿਥਿਆ ਤਨ ਸਰੀਰ ਝੂਠ ਹੈ। ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੇ ਮਨ ਇਹ ਸਾਚੀ ਜੀ ਧਾਰ। ਜਿਹੜੀ ਗੱਲ ਅਸੀਂ ਤੈਨੂੰ ਦੱਸਣ ਲੱਗੇ ਆ ਨਾ, ਇਹ ਗੱਲ ਬਿਲਕੁਲ ਸੱਚ ਹੈ ਤੇ ਇਸ ਗੱਲ ਨੂੰ ਆਪਣੇ ਮਨ ਹਿਰਦੇ ਦੇ ਅੰਦਰ ਧਾਰਨ ਕਰ ਲੈ। ਰੇ ਨਰ ਇਹ ਸਾਚੀ ਜੀ ਧਾਰ। ਹੁਣ ਕਿਹੜੀ ਗੱਲ ਉੱਥੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਤੇ ਸਾਡੇ ਹਿਰਦੇ ਦੇ ਅੰਦਰ ਉਸ ਗੱਲ ਨੂੰ ਪੱਕੀ ਕਰਨ ਦਾ ਬਚਨ ਕਰਦੇ ਨੇ। ਸਤਿਗੁਰੂ ਕਹਿੰਦੇ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ। ਇਹ ਗੱਲ ਪੱਕੀ ਹੈ ਕਿ ਸਾਰਾ ਸੰਸਾਰ ਇੱਕ ਸੁਪਨੇ ਦੇ ਵਰਗਾ ਹੈ। ਇਸ ਨੂੰ ਨਾਸ ਹੁੰਦਿਆਂ ਬਹੁਤਾ ਚਿਰ ਨਹੀਂ ਲੱਗਦਾ। ਬਿਨਸਤ ਲਗਤ ਨਾ ਬਾਰ। ਜਿਹਨੂੰ ਹੋਰ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ ਤੇ ਸਤਿਗੁਰੂ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਅਸੀਂ ਆਦਮੀ ਹਾਂ, ਸਾਨੂੰ ਮਨੁੱਖਾ ਦੇਹੀ ਦੇ ਕਰਕੇ ਪਰਮੇਸ਼ਰ ਨੇ ਭੇਜਿਆ ਹੈ, ਪਰ ਮੌਲਤ ਕਿੰਨੀ ਹੈ। ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਣਾ। ਇੱਕ ਸਵਾਸ ਹੈ ਤੇ ਜੀਵਨ ਹੈ। ਇੱਕ ਸਵਾਸ ਆ ਰਿਹਾ ਹੈ ਤੇ ਜੀਵਨ ਹੈ। ਜੇ ਅਗਲਾ ਨਹੀਂ ਆਇਆ ਤੇ ਸਾਰਾ ਕੁਝ ਖਤਮ ਹੈ। ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ। ਬਾਰੂ ਕੀ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ। ਰੇਤ ਦੀ ਕੰਧ ਬਣਾ ਕਰਕੇ ਉਹਨੂੰ ਕਿੰਨਾ ਜ਼ੋਰ ਲਾ ਕਰਕੇ ਬੰਦਾ ਤਿਆਰ ਕਰ ਲੈਂਦਾ ਹੈ, ਪਰ ਰੇਤ ਦੀ ਬਣਾਈ ਹੋਈ ਕੰਧ ਜਿਹੜੀ ਹੈ ਉਹ ਕਿਤਨਾ ਕੁ ਸਮਾਂ ਟਿਕ ਸਕਦੀ ਹੈ। ਸਤਿਗੁਰੂ ਕਹਿੰਦੇ ਰਹਿਤ ਨਹੀਂ ਦਿਨ ਚਾਰ। 3-4 ਦਿਨ ਦੀ ਉਹਦੀ ਮਨਿਆਦ ਹੁੰਦੀ ਹੈ ਤੇ ਦੇਖਦਿਆਂ ਦੇਖਦਿਆਂ ਉਹ ਰੇਤ ਦੀ ਬਣਾਈ ਹੋਈ ਕੰਧ ਜਿਹੜੀ ਹੈ ਧਰਤੀ ਤੇ ਜਾ ਡਿੱਗਦੀ ਹੈ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਇਸੇ ਤਰ੍ਹਾਂ ਹੀ ਹਜੂਰ ਕਹਿੰਦੇ ਨੇ ਸੰਸਾਰ ਹੈ ਸਾਰਾ, ਇਹ ਬਹੁਤਾ ਲੰਮਾ ਸਮਾਂ ਟਿਕਣ ਵਾਲਾ ਨਹੀਂ। ਤਾਂ ਹੀ ਸਤਿਗੁਰੂ ਕਹਿ ਰਹੇ ਮਿਥਿਆ ਤਨ। ਮੰਨ ਕੇ ਇਹ ਸਰੀਰ ਜਿਹੜਾ ਹੈ ਇਹ ਝੂਠਾ ਹੈ, ਝੂਠ ਦੀ ਬੁਨਿਆਦ ਤੇ ਖੜਾ ਹੈ, ਪੱਕਾ ਨਹੀਂ ਹੈ। ਜਿਹਨੂੰ ਬਾਬਾ ਕਬੀਰ ਸਾਹਿਬ ਆਖਦੇ ਨੇ ਕਬੀਰ ਨੌਬਤ ਆਪਣੀ ਦਿਨ 10 ਲੇਹੂ ਬਜਾਈ। ਕਹਿਣ ਲੱਗੇ ਜੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦਾ ਤਾਂ ਤੇਰੀ ਜਿਹੜੀ ਮਰਜ਼ੀ ਹੈ ਨਾ, ਤੇਰੇ ਮਨ ਵਿੱਚ ਜੋ ਵੀ ਮੌਜਾਂ ਨੇ ਇਹ ਮਾਣ ਲੈ। ਤੇ ਇਹਨਾਂ ਦੀ ਮਨਿਆਦ ਕਿੰਨੀ ਕਿਹਾ, ਕਹਿਣ ਲੱਗੇ ਦਿਨ 10 ਲੇਹੂ ਬਜਾਈ। ਕੁਝ ਦਿਨ ਹੀ ਨੇ ਤੇਰੇ ਪਾਸ ਇਹ ਮੌਜਾਂ ਮਾਣਨ ਦੇ ਵਾਸਤੇ। ਫਿਰ ਅੱਗੇ ਉੱਥੇ ਬਚਨ ਨੇ ਨਦੀ ਨਾਮ ਸੰਜੋਗ ਜਿਉ ਬਾਹੁਰ ਨਾ ਮਿਲ ਹੈ ਆਈ। ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿੱਚ ਬੈਠੇ ਮੁਸਾਫਰਾਂ ਦਾ ਮਿਲਾਪ ਪਤਾ ਨਹੀਂ ਮੁੜ ਕਰਕੇ ਕਦੇ ਹੋਣਾ ਹੈ ਕਿ ਨਹੀਂ ਹੋਣਾ, ਇਸੇ ਤਰ੍ਹਾਂ ਹੀ ਇਹ ਸਾਨੂੰ ਸੰਸਾਰਕ ਸਰੀਰ ਮਿਲਿਆ ਹੈ। ਨਦੀ ਨਾਮ ਸੰਜੋਗ ਜਿਉ ਬਾਉਰ ਨਾ ਮਿਲੇ ਹੈ ਆਈ। ਪਤਾ ਨਹੀਂ ਇਹ ਦੁਬਾਰਾ ਪ੍ਰਾਪਤ ਹੋਵੇ ਜਾਂ ਨਾ ਹੋਵੇ, ਜਾਂ ਕਿੰਨੇ ਸਮੇਂ ਦੇ ਬਾਅਦ ਜਾ ਕਰ ਕੇ ਮਿਲੇ ਆਪਾਂ ਨੂੰ।
ਇਹਨੇ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਹੈ। ਭਗਤ ਜੀ ਆਖਦੇ ਨੇ ਅਸੀਂ ਘਟਦੇ ਜਾ ਰਹੇ ਹਾਂ। ਕਿੰਨੇ ਕਿੰਨੇ ਸਮੇਂ ਦੇ ਉੱਪਰ ਅਸੀਂ ਘਟ ਰਹੇ ਹਾਂ। ਭਗਤ ਕਬੀਰ ਜੀਆਂ ਦਾ ਬਚਨ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਕਟੈ ਤਨ ਛੀਜੈ। ਸਾਡੀ ਜ਼ਿੰਦਗੀ ਦੇ ਅੰਦਰ ਦਿਨ ਆਉਂਦਾ ਹੈ। ਦਿਨ ਜਿਹੜਾ ਹੈ ਉਹ 4 ਪਹਿਰ ਦਾ ਹੁੰਦਾ ਹੈ। 4 ਪਹਿਰ ਦਾ ਦਿਨ ਹੈ, 4 ਪਹਿਰ ਦੀ ਰਾਤ ਹੈ। ਰਾਤ ਆਈ, 4 ਪਹਿਰਾਂ ਦੇ ਅੰਦਰ ਬਤੀਤ ਹੋ ਗਈ। ਅਗਲਾ ਦਿਨ ਆ ਗਿਆ ਸਾਡੀ ਜ਼ਿੰਦਗੀ ਦੇ ਅੰਦਰ। ਗਿਣ ਲੈ ਕੇ ਇੱਕ ਇੱਕ ਪਹਿਰ ਕਰਕੇ ਆਪਾਂ ਪਿੱਛੇ ਨੂੰ ਤੁਰੇ ਜਾਂਦੇ ਆ। ਜਿਹੜੀ ਸਾਡੀ ਉਮਰ ਹੈ ਨਾ, ਉਹਨੂੰ ਭਗਤ ਜੀ ਕਹਿੰਦੇ ਇੱਕ ਇੱਕ ਪੈਰ ਕਰਕੇ ਸਾਡੀ ਘਟਦੀ ਜਾ ਰਹੀ ਹੈ। ਦਿਨ ਤੇ ਪੈਰ, ਫਿਰ ਪੈਰ ਤੋਂ ਪਿੱਛੇ ਆ ਜਾਈਏ ਤੇ ਉਹਦੇ ਵਿੱਚ ਘੜੀਆਂ ਆ ਜਾਂਦੀਆਂ ਨੇ। ਜਿੱਦਾਂ ਇੱਕ ਪੈਰ ਦੇ ਅੰਦਰ ਜਿੰਨੀਆਂ ਘੜੀਆਂ ਆ ਗਈਆਂ, ਕਹਿਣ ਲੱਗੇ ਉਹ ਗਿਣ ਲੈ। ਆਵ ਕਟੈ ਤਨ ਛੀਜੈ। ਸਮਾਂ ਥੋੜੇ ਤੋਂ ਥੋੜਾ ਕਰਕੇ ਇੱਕ ਇੱਕ ਸਵਾਸ ਕਰਕੇ ਤੇਰੇ ਕੋਲੋਂ ਘਟਦਾ ਜਾ ਰਿਹਾ ਹੈ। ਸਰੀਰ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਵਿਦ ਕੀਜੈ। ਕਾਲ ਆਣ ਕਰਕੇ ਤੇਰੇ ਸਿਰ ਦੇ ਉੱਪਰ ਕੂਕ ਰਿਹਾ ਹੈ। ਇਸ ਸ਼ਿਕਾਰੀ ਤੋਂ ਬਚਣ ਤੋਂ ਤੂੰ ਦੱਸ ਕੇ ਕਿਹੜਾ ਯਤਨ ਕੀਤਾ ਹੈ। ਕਹਿ ਲੱਗੇ ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋ ਹੈ ਕਾਕਾ। ਉਹ ਦਿਨ ਆਉਣ ਲੱਗਾ ਹੁਣ ਤੇਰੇ ਸਿਰ ਦੇ ਉੱਪਰ। ਹੁਣ ਨਿਗਾਹ ਮਾਰ ਕਰਕੇ ਦੇਖੀ ਕਿ ਮਾਤ ਪਿਤਾ ਭਾਈ ਸੁਤ ਬਣਤਾ। ਭਗਤ ਜੀ ਨੇ ਸਾਰੇ ਰਿਸ਼ਤੇ ਗਿਣ ਦਿੱਤੇ, ਖੂਨ ਤੇ ਮਾਤਾ ਪਿਤਾ ਭਾਈ ਭਰਾ ਸੁਤ ਪੁੱਤਰ ਬਣਤਾ ਘਰ ਵਾਲੀ। ਕਹੋ ਕਹੂ ਹੈ ਕਾਕਾ। ਹੁਣ ਵੇਖ ਕੇ ਇਹਨਾਂ ਵਿੱਚੋਂ ਤੇਰੀ ਕਿੰਨੀ ਸਹਾਇਤਾ ਕਰਨੀ ਹੈ। ਕਿਸੇ ਨੇ ਵੀ ਤੇਰਾ ਸਾਥ ਦੇਣ ਵਾਸਤੇ ਤਿਆਰ ਨਹੀਂ ਹੋਣਾ। ਕੀ ਕਹਿਣਾ ਹੈ, ਕੁਝ ਘੜੀਆਂ ਦੇ ਬਾਅਦ ਪਰਮਾਤਮਾ ਦਾ ਭਾਣਾ ਸੀ। ਜਿੰਨੇ ਸਵਾਸ ਦਿੱਤੇ ਸਨ ਪਰਮੇਸ਼ਰ ਨੇ ਉਹਨੇ ਭੋਗ ਗਿਆ। ਜਾਂ ਫਿਰ ਆਪਾਂ ਆਮ ਤੌਰ ਤੇ ਇਹ ਵੀ ਗੱਲਾਂ ਸੁਣਦੇ ਹਾਂ ਕਿ ਇਹ ਤਾਂ ਆਪਣਾ ਹੈ ਹੀ ਨਹੀਂ ਸੀ, ਜਿਹਦਾ ਹੈਗਾ ਸੀ ਉਹ ਲੈ ਗਿਆ। ਤਾਂ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਸੱਜਣਾ, ਮਿਥਿਆ ਤਨ, ਸਰੀਰ ਤੇਰਾ ਝੂਠਾ ਤੇ ਨਾਸਵੰਤੀ। ਜਿਹਨੂੰ ਭਗਤ ਜੀ ਕਹਿੰਦੇ ਬੰਕੇ ਬਾਲ ਪਾਗ ਸਿਰ ਢੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਤੂੰ ਸਿਰ ਦੇ ਉੱਪਰ ਆਪਣੀ ਵਾਲ ਸਵਾਰਦਾ ਹੈ, ਆਪਣੀ ਪੱਗ ਜਿਹੜੀ ਹੈ ਨਾ, ਭਗਤ ਜੀ ਕਹਿੰਦੇ ਟੇਢੀ ਕਰ ਕਰਕੇ ਬੰਨ੍ਹਦਾ ਹੈ। ਬੰਕੇ ਬਾਲ ਪਾਗ ਸਿਰ ਢੇਰੀ। ਪਰ ਪਰਮੇਸ਼ਰ ਦਾ ਚੇਤਾ ਕਦੇ ਨਹੀਂ ਆਉਂਦਾ। ਤੇ ਯਾਦ ਰੱਖੀ ਇਹੋ ਤਨ ਹੋਏਗੋ ਭਸਮ ਕੀ ਢੇਰੀ। ਇਹ ਸਰੀਰ ਇੱਕ ਨਾ ਇੱਕ ਦਿਨ ਕਹਿਣ ਲੱਗੇ ਸਵਾਹ ਦੀ ਢੇਰੀ ਬਣ ਜਾਣਾ ਹੈ। ਇੰਨੀ ਕੀ ਇਹਦੀ ਕੀਮਤ ਹੈ ਬਸ। ਉੱਚੇ ਮੰਦਰ, ਸੁੰਦਰ ਨਾਰੀ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੰਕਾਰ ਕਰਦਾ ਹੈ। ਉੱਚੇ ਮੰਦਰ, ਮਹਿਲ ਤੇ ਮਾੜੀਆਂ ਬਹੁਤ ਉੱਚੀਆਂ ਲੈ ਗਏ। ਉਹਨਾਂ ਨੂੰ ਹੀ ਵੇਖ ਕਰਕੇ ਬੰਦਾ ਫੁੱਲਿਆ ਫਿਰਦਾ ਹੈ। ਸੁੰਦਰ ਨਾਰੀ, ਸੁੰਦਰ ਇਸਤਰੀ ਦਾ ਮਾਣ ਕਰਦਾ ਹੈ। ਕਹਿ ਲੱਗੇ ਪਰ ਇੱਕ ਗੱਲ ਚੇਤੇ ਰੱਖੀ, ਰਾਮ ਨਾਮ ਬਿਨ ਬਾਜੀ ਹਾਰੀ। ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਆਪਾਂ ਤੇ ਬਾਜੀ ਹਾਰੀ ਬੈਠੇ ਆ। ਖੇਡ ਹਾਰ ਗਏ, ਆਪਣੇ ਕੋਲੋਂ ਜਿੱਤੀ ਨਹੀਂ ਗਈ ਜਿਹਨੂੰ ਆਪਾਂ ਜਿੱਤਣ ਵਾਸਤੇ ਆਏ ਸੀ। ਫਿਰ ਭਗਤ ਜੀ ਆਖਦੇ ਨੇ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ।
ਤੇਰੇ ਉੱਚੇ ਉੱਚੇ ਘਰ ਤੇ ਮਕਾਨ, ਸਾਲ ਰਸੋਈ, ਕਹਿਣ ਲੱਗੇ ਹਰ ਇੱਕ ਪ੍ਰਕਾਰ ਦਾ ਖਾਣਾ ਜਿਹੜਾ ਹੈ ਉਹ ਖਾਣ ਦੇ ਵਾਸਤੇ ਤਿਆਰ ਹੋ ਰਿਹਾ ਹੈ। ਪਰ ਇੱਕ ਗੱਲ ਚੇਤੇ ਰੱਖੀ, ਇਹ ਕਿੰਨਾ ਚਿਰ ਹੈ? ਜਿੰਨਾ ਚਿਰ ਸਵਾਸ ਚੱਲਦੇ ਨੇ। ਇੱਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮਿਥਿਆ ਤਨ, ਕਿਉਂਕਿ ਸਰੀਰ ਝੂਠਾ ਹੈ, ਸਾਥ ਨਿਭਾਉਣ ਵਾਲਾ ਨਹੀਂ, ਇਹਨੇ ਮਿਟਣਾ ਹੈ। ਉੱਚੇ ਮੰਦਰ, ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ। ਜਿੱਦਣ ਮੌਤ ਆ ਗਈ ਤੇ ਸਵਾਸ ਨਿਕਲ ਗਏ, ਤੈਨੂੰ ਇੱਕ ਘੜੀ ਵੀ ਇਹਨਾਂ ਦੇ ਅੰਦਰ ਕਿਸੇ ਨੇ ਰੱਖਣ ਵਾਸਤੇ ਤਿਆਰ ਨਹੀਂ ਹੋਣਾ। ਇੱਕ ਘੜੀ ਵੀ, ਗੁਰਬਾਣੀ ਦਾ ਫੈਸਲਾ, ਇੱਕ ਘੜੀ ਫੁਨ ਰਹਿਣ ਨਾ ਹੋਈ। ਫਿਰ ਛੇਤੀ ਹੋ ਜਾਣੀ ਹੈ ਕਿ ਜਲਦੀ ਤੋਂ ਜਲਦੀ। ਜੇ ਕੋਈ ਦੂਰ ਵਾਲਾ ਹੈ ਤੇ ਉਹਨੂੰ ਛੇਤੀ ਸੁਨੇਹਾ ਦੇ ਦਿਓ ਕਿ ਇੰਨੇ ਕੁ ਸਮੇਂ ਤੱਕ ਪਹੁੰਚ ਜਾਵੇ। ਫਿਰ ਤੈਨੂੰ ਭੁਲੇਖਾ ਵੀ ਪਾਇਆ ਜਾਣਾ ਕਿ ਕਿਤੇ ਹੁਣ ਵਾਪਸ ਨਾ ਇੱਧਰ ਨੂੰ ਮੁੜ ਕਰਕੇ ਆ ਜਾਵੇ। ਇਹ ਸਾਰਾ ਕੁਝ ਅਸੀਂ ਦੇਖਦੇ ਹਾਂ ਆਪਣੀਆਂ ਅੱਖਾਂ ਦੇ ਨਾਲ। ਭਗਤ ਜੀ ਕਹਿੰਦੇ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ। ਇਹ ਸਰੀਰ ਪਤਾ ਕਿਦਾਂ ਦਾ ਏ? ਕਹਿਣ ਲੱਗੇ ਜਿਸ ਤਰ੍ਹਾਂ ਇੱਕ ਘਾਹ ਦਾ ਛੱਪਰ ਬਣਾਇਆ ਹੁੰਦਾ ਹੈ। ਘਾਸ ਕੀ ਟਾਟੀ, ਇੱਕ ਆਪਾਂ ਘਾਹ ਦਾ ਲੈ ਕਰਕੇ ਛੋਟਾ ਜਿਹਾ ਕੁਝ ਛੱਪਰ ਬਣਾ ਦਿੰਦੇ ਆ। ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ। ਜਦੋਂ ਉਹਨੂੰ ਆਪਾਂ ਅੱਗ ਲਾ ਦਈਏ ਤੇ ਉਹਨੂੰ ਸੜਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਦੇਖਦਿਆਂ ਦੇਖਦਿਆਂ ਉਹ ਸਾਰਾ ਕੁਝ ਬਲ ਕਰਕੇ ਤੇ ਮਿੱਟੀ 'ਚ ਰਲ ਜਾਂਦਾ ਆਣ ਕਰਕੇ। ਕਹਿਣ ਲੱਗੇ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾੜ ਸਵੇਰਾ। ਕਹਿਣ ਲੱਗੇ ਇੰਨੀ ਕੁ ਤੇਰੇ ਸਰੀਰ ਦੀ ਵਡਿਆਈ ਹੈ, ਜਦੋਂ ਤੂੰ ਚੜ੍ਹਾਈ ਕੀਤਾ ਨਾ ਤੇ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾੜ ਸਵੇਰਾ। ਇਹਦਾ ਭਾਵ ਕਹਿਣ ਲੱਗੇ ਉਹਨਾਂ ਕਹਿਣਾ ਹੁਣ ਛੇਤੀ ਕਰੋ ਤੈਨੂੰ ਬਾਹਰ ਕੱਢ ਦਈਏ। ਓਏ ਪੀ ਲਾਗੇ ਕਾੜ ਸਵੇਰਾ। ਫਿਰ ਕਹਿਣ ਲੱਗੇ ਕਿਹੜੇ ਤਨ ਦੀਆਂ ਗੱਲਾਂ ਕਰਕੇ ਤੇ ਕਿਹੜੇ ਹੰਕਾਰ ਦੇ ਮਗਰ ਲੱਗ ਕਰਕੇ ਆਪਾਂ ਆਪਣੇ ਜੀਵਨ ਨੂੰ ਖਰਾਬ ਕਰ ਲਿਆ, ਤੇ ਹੈ ਤਾਂ ਇਹ ਝੂਠ ਸੀ। ਦੂਸਰਾ ਬਚਨ ਸਤਿਗੁਰਾਂ ਵਰਤਿਆ ਮਿਥਿਆ ਤਨ ਤੇ ਧਨ। ਇੱਕ ਸਰੀਰ ਦਾ ਹੰਕਾਰ ਲਈ ਜਾਂਦਾ ਹੈ ਤੇ ਇੱਕ ਧਨ ਦਾ ਹੰਕਾਰ ਲਈ ਜਾਂਦਾ ਹੈ। ਧਨ ਨੂੰ ਵੀ ਅਸੀਂ ਵੇਖ ਕਰਕੇ ਤੇ ਬੰਦਾ ਬਹੁਤ ਖੁਸ਼ ਹੋਈ ਜਾਂਦਾ ਹੈ। ਜਿੱਦਾਂ ਆਪਾਂ ਕਹਿੰਦੇ ਪਾਸ ਪਿਆ ਹੋਵੇ ਤੇ ਬੰਦੇ ਨੂੰ ਸਰੂਰ ਚੜਿਆ ਰਹਿੰਦਾ ਹੈ। ਪਰ ਗੁਰਬਾਣੀ ਦੇ ਅੰਦਰ ਪੁੱਛੀਏ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਂਗਾ ਆਇਆ ਨਾਂਗੋ ਜਾਸੀ, ਜੋ ਹਸਤੀ ਖਾਕ ਛਾਨੈ। ਹਾਥੀ ਨੂੰ ਨਵਾ ਦਈਏ ਨਾ, ਉਹ ਆਪਣੇ ਹੰਕਾਰ ਵਿੱਚ ਆਣ ਕਰਕੇ ਫਣਕਾਰਾ ਮਾਰਦਾ ਤੇ ਆਪਣੇ ਸਰੀਰ ਦੇ ਉੱਪਰ ਸਾਰੀ ਰੇਤ ਡਾ ਕਰਕੇ ਪਾ ਲੈਂਦਾ ਹੈ। ਕੋਈ ਫਾਇਦਾ ਨਹੀਂ ਹੁੰਦਾ ਉਹਨੂੰ ਨਵਾਏ ਦਾ। ਅਸੀਂ ਸੰਸਾਰ ਦੇ ਅੰਦਰ ਆਏ, ਨਾਂਗਾ ਆਇਆ ਨਾਂਗੋ ਜਾਸੀ। ਜਦੋਂ ਆਏ ਸੀ ਉਦੋਂ ਵੀ ਤਨ ਤੇ ਕੱਪੜਾ ਨਹੀਂ ਸੀ, ਜਦੋਂ ਜਾਣਾ ਹੈ ਉਦੋਂ ਸਰੀਰ ਵੀ ਨਾਸ ਹੋ ਜਾਣਾ ਹੈ, ਸਾਰਾ ਕੁਝ ਸੜ ਕਰਕੇ ਸਵਾਹ ਹੋਣਾ ਹੈ। ਨਾ ਕੁਝ ਲੈ ਕਰਕੇ ਆਏ ਨਾ ਕੁਝ ਲੈ ਕਰਕੇ ਗਏ। ਨਾਂਗੋ ਆਇਆ ਨਾਂਗੋ ਜਾਸੀ, ਵਿਣ ਨਾਵੈ ਦੁੱਖ ਪਾਏ ਦਾ। ਜਿੱਦਾਂ ਖਾਲੀ ਆਏ ਸੀ ਉੱਦਾਂ ਹੀ ਚਲੇ ਜਾਣਾ ਹੈ, ਪਰ ਇੱਥੇ ਰਹਿ ਕਰਕੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਿਹੜਾ ਸਾਡੇ ਨਾਲ ਨਿਭਣਾ ਸੀ। ਫਿਰ ਹੋਰ ਬਚਨ ਸਤਿਗੁਰੂ ਵਰਤਦੇ, ਕਹਿਣ ਲੱਗੇ ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜੇ ਰਾਣਾ। ਇੱਥੇ ਵੱਡੇ ਵੱਡੇ ਰਾਜ ਭਾਗ ਮਾਨਣ ਵਾਲੇ ਵੀ ਨਹੀਂ ਰਹੇ। ਇੱਥੇ ਕਾਰੂ ਬਾਦਸ਼ਾਹ ਵਰਗੇ ਵੀ ਅਖੀਰ ਨੂੰ ਖਾਲੀ ਹੱਥੀਂ ਗਏ। ਸਿਕੰਦਰ ਬਾਦਸ਼ਾਹ ਵਰਗੇ ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਪਰ ਨਾਲ ਕੁਝ ਨਹੀਂ ਖੜ ਸਕੇ। ਜਿੱਦਾਂ ਦੇ ਆਏ ਸਨ ਉਦਾਂ ਦੇ ਹੀ ਵਾਪਸ ਮੁੜ ਗਏ। ਤਾਂ ਭਗਤ ਜੀ ਤਾਂ ਇੱਥੋਂ ਤੱਕ ਬਚਨ ਵਰਤਦੇ ਨੇ, ਕਹਿਣ ਲੱਗੇ ਆਵਤ ਸੰਗ ਨਾ ਜਾਤ ਸੰਗਾਤੀ, ਕਹਾਂ ਪਇਓ ਦਰ ਬੰਧੇ ਹਾਥੀ। ਸਰੀਰ ਲੈ ਕਰਕੇ ਆਏ ਸੀ ਜਨਮ ਵੇਲੇ, ਤੁਰਨ ਵੇਲੇ ਉਹ ਵੀ ਨਾਲ ਨਹੀਂ ਤੁਰਿਆ। ਕਹਾਂ ਪਇਓ ਦਰ ਬੰਧੇ ਹਾਥੀ,
ਭਾਵੇਂ ਕਹਿਣ ਲੱਗੇ ਤੇਰੇ ਬੂਹੇ ਤੇ ਵੱਡੇ ਵੱਡੇ ਹਾਥੀ ਵੱਜੇ ਤੇ ਤੂੰ ਰਾਜਾ ਤੇ ਮਹਾਰਾਜਾ, ਇਹਨਾਂ ਨੇ ਨਾਲ ਨਹੀਂ ਤੁਰਨਾ, ਇੱਥੇ ਹੀ ਬੱਜੇ ਰਹਿ ਜਾਣੇ ਨੇ। ਉਥੇ ਅਗਲੇ ਬਚਨ ਨੇ, ਲੰਕਾ ਗੱਡ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇੱਥੇ ਤਾਂ ਉਹ ਤੁਰ ਗਏ ਜਿਨ੍ਹਾਂ ਨੇ ਲੰਕਾ ਹੀ ਸੋਨੇ ਦੀ ਬਣਾਈ ਹੋਈ ਸੀ। ਤੇਰੇ ਕੋਲ ਤੇ 4 ਤੋਲੇ ਹੋਣਗੇ, ਤੂੰ ਉਹਦਾ ਹੰਕਾਰ ਕਰੀ ਜਾਂਦਾ। ਉਹ ਵੀ ਚਲੇ ਗਏ ਜਿਨ੍ਹਾਂ ਦੀ ਲੰਕਾ ਹੀ ਸਾਰੀ ਸੋਨੇ ਦੀ ਸੀ। ਤੇ ਕੀ ਉਹਦੇ ਉੱਪਰ ਮਾਣ ਕਰਕੇ ਤੇ ਕੀ ਨਾਲ ਲੈ ਕਰਕੇ ਗਏ? ਕੁਝ ਵੀ ਨਾ ਗਿਆ। ਤਨ ਵੀ ਝੂਠ ਹੈ। ਅੱਗੇ ਆ ਜਾਂਦਾ ਕੁਟੰਬ ਪਰਿਵਾਰ ਜਿਹੜਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਵੀ ਝੂਠ ਹੈ। ਸਾਰਾ ਕੁਝ ਜੋ ਤੂੰ ਵੇਖ ਰਿਹਾ ਨਾ ਤੇਰੀਆਂ ਅੱਖਾਂ ਦੇ ਸਾਹਮਣੇ ਹੈ, ਇਹ ਝੂਠ ਹੈ ਸਾਰਾ ਕੁਝ। ਹੁਣ ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਸਾਨੂੰ ਕਿਸੇ ਚੀਜ਼ ਤੋਂ ਨਿਰਾਸ਼ਤਾ ਵਾਲੇ ਬੰਨੇ ਖੜ ਰਹੇ ਨੇ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਪਰ ਇਹ ਇੱਕ ਰਸਤਾ ਸੀ ਸਾਡਾ ਪਰਮੇਸ਼ਰ ਦੇ ਨਾਲ ਮਿਲਣ ਦਾ। ਅਸੀਂ ਕੇਵਲ ਤੇ ਕੇਵਲ ਇਹਨਾਂ ਚੀਜ਼ਾਂ ਨੂੰ ਲੈ ਕਰਕੇ ਇੱਥੇ ਰੁਕ ਗਏ ਤੇ ਅੱਗੇ ਤੁਰ ਨਾ ਸਕੇ। ਮੰਨਣਾ ਤਾਂ ਸੀ ਕਿ ਸਰੀਰ ਝੂਠਾ ਹੈ ਮੇਰਾ, ਮੈਨੂੰ ਮਿਲਿਆ ਕਾਹਦੇ ਲਈ ਹੈ? ਮੇਰੇ ਕੋਲ ਜਿੰਨਾ ਸਮਾਂ ਨਾਮ ਜਪਾਂ, ਸੇਵਾ ਕਰਾਂ, ਚੰਗੇ ਕਰਮ ਕਰਾਂ ਤੇ ਚੰਗੇ ਗੁਣ ਧਾਰਨ ਕਰ ਲਵਾਂ। ਪਰ ਇਹਨੂੰ ਮੈਂ ਉਲਟ ਕਰਕੇ ਸੱਚ ਮੰਨ ਕਰਕੇ ਬੈਠ ਕਰਕੇ ਤੇ ਕਿੰਨਾ ਕੁਝ ਮੈਂ ਵਿਗਾੜ ਪਾ ਕਰਕੇ ਬੈਠ ਗਿਆ। ਧਨ ਜਿਹੜਾ ਸੀ ਉਹਦੇ ਮਗਰ ਲੱਗ ਕਰਕੇ ਮੈਂ ਕਿੰਨੇ ਪਾਪ ਕਰ ਲਏ। ਹੈ ਤਾਂ ਸਤਿਗੁਰੂ ਕਹਿੰਦੇ ਝੂਠ ਹੈ, ਨਾ ਕੋਈ ਲੈ ਕਰਕੇ ਆਇਆ ਤੇ ਨਾ ਕਿਸੇ ਨੇ ਲੈ ਕਰਕੇ ਜਾਣਾ ਹੈ। ਇਹਨੂੰ ਬੰਦਾ ਵੱਧ ਬਣਾਉਣ ਦੇ ਮਗਰ ਹੀ ਕਿੰਨਾ ਕੁਝ ਕਰੀ ਜਾਂਦਾ ਹੈ। ਕੁਟੰਬ ਸਬਾਇਆ ਕਹਿਣ ਲੱਗੇ ਪਰਿਵਾਰ ਹੈ। ਹਾਂ, ਤੇਰਾ ਇਹਦੇ ਨਾਲ ਰਿਸ਼ਤਾ ਜੁੜਿਆ ਹੋਇਆ ਪਰਿਵਾਰ ਦੇ ਨਾਲ, ਪਰ ਇੱਕ ਗੱਲ ਯਾਦ ਰੱਖੀ, ਹੈ ਤਾਂ ਇਹ ਵੀ ਝੂਠ ਹੀ ਹੈ ਨਾ ਸਾਰਾ ਕੁਝ। ਜਿਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿਸ ਪ੍ਰਵਾਸੈ ਵਿਚਰੈ ਭਵਨ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਕਿਹੜੇ ਸਹਾਰੇ ਸੰਸਾਰ ਵਿੱਚ ਤੁਰਿਆ ਫਿਰਦਾ ਹੈ। ਰਾਮਕਲੀ ਦੇ ਅੰਦਰ ਬਚਨ ਨੇ ਸਤਿਗੁਰਾਂ ਦੇ। ਕਹਿ ਲੱਗੇ ਕਦੇ ਮਨ ਨਾਲ ਵਿਚਾਰ ਕਰਕੇ ਵੇਖੀ ਕਿ ਕਿਸ ਪ੍ਰਵਾਸੈ ਵਿਚਰੈ ਭਵਨ। ਜਿਨੇ ਤੇਰਾ ਸਹਾਰਾ ਬਣਨਾ ਸੀ ਉਹਨੂੰ ਛੱਡ ਦਿੱਤਾ ਹੈ। ਉਹਦੇ ਸਹਾਰੇ ਤੋਂ ਬਿਨਾਂ ਤੂੰ ਤੁਰਿਆ ਕਿੱਦਾਂ ਫਿਰਦਾ ਹੈ? ਕਹਿ ਲੱਗੇ ਮੂੜ ਮੁਗਧ ਤੇਰਾ ਸੰਗੀ ਕਵਣ। ਕਦੇ ਵੇਖ ਮੂਰਖਾ ਕਿ ਪ੍ਰਮਾਤਮਾ ਤੋਂ ਬਿਨਾਂ ਤੇਰਾ ਸਾਥੀ ਕਿੰਨੇ ਬਣਨਾ। ਕਦੇ ਵਿਚਾਰ ਤੇ ਕਰ ਇਸ ਮਨ ਦੇ ਨਾਲ ਬੈਠ ਕਰਕੇ ਕੁਝ ਘੜੀਆਂ। ਕਈਆਂ ਗੱਲਾਂ ਦੇ ਉੱਪਰ ਆਪਾਂ ਵਿਚਾਰ ਕਰਦੇ ਹਾਂ, ਪਰ ਜਿਹੜੀ ਅਸਲੀ ਵਿਚਾਰ ਹੈ ਉਹ ਸਾਡੇ ਮਨ ਵਿੱਚ ਆਉਂਦੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਰਾਮ ਸੰਗੀ ਤਿਸ ਗਤ ਨਹੀਂ ਜਾਣੈ, ਪੰਚ ਬਟਵਾਰੇ ਸੇ ਮੀਤ ਕਰ ਮਾਨੈ। ਪਰਮਾਤਮਾ ਹੀ ਸਾਡਾ ਅਸਲੀ ਸਾਥੀ ਤੇ ਮਿੱਤਰ ਹੈ, ਪਰ ਉਹਨੂੰ ਅਸੀਂ ਜਾਣਦੇ ਨਹੀਂ ਆ। ਕਹਿਣ ਲੱਗੇ ਪੰਜ ਬਟਵਾਰੇ ਸੇ ਮੀਤ ਕਰ ਮਾਨੈ। ਕਹਿਣ ਲੱਗੇ ਅਸੀਂ ਜਿਨ੍ਹਾਂ ਨੇ ਸਾਨੂੰ ਲੁੱਟਣਾ ਹੈ ਉਹਨਾਂ ਨੂੰ ਅਸੀਂ ਆਪਣਾ ਮਿੱਤਰ ਬਣਾਇਆ ਹੋਇਆ ਹੈ। ਜਿਹੜੇ ਸਾਨੂੰ ਮਿੱਤਰ ਬਣ ਕਰਕੇ ਤੇ ਸਾਰਾ ਕੁਝ ਸਾਡਾ ਲੁੱਟ ਰਹੇ ਨੇ, ਉਹਨਾਂ ਨੂੰ ਅਸੀਂ ਆਪਣਾ ਬਣਾ ਲਿਆ। ਜਿਹਨੇ ਆਪਣਾ ਬਣਨਾ ਸੀ ਉਹਨੂੰ ਪਛਾੜਿਆ ਨਹੀਂ। ਤਾਂ ਸਤਿਗੁਰੂ ਕਹਿ ਰਹੇ ਨੇ ਮਿਥਿਆ ਤਨ ਧਨ ਕੁਟੰਬ ਸਬਾਇਆ। ਧਨ ਵੀ ਝੂਠਾ ਹੀ, ਧਨ ਵੀ ਝੂਠਾ ਹੀ, ਪਰਿਵਾਰ ਵੀ ਝੂਠਾ ਹੀ, ਸਾਰਾ ਕੁਝ ਮਿਥਿਆ ਹੈ। ਜੋ ਤੂੰ ਭਰਮ ਪਾਲਿਆ ਹੈ ਨਾ ਤੇਰਾ ਬਿਲਕੁਲ ਭੁਲੇਖਾ ਹੈ। ਤੇ ਭੁਲੇਖਾ ਪਾਲਿਆ ਕਿੱਦਾਂ? ਮਿਥਿਆ ਹਉਮੈ ਮਮਤਾ ਮਾਇਆ। ਕਹਿ ਲੱਗੇ ਕਿਤੇ ਅਸੀਂ ਹਉਮੈ ਵਿੱਚ ਫਸ ਗਏ। ਇੱਕ ਮਮਤਾ ਤੇ ਇੱਕ ਮਾਇਆ। ਮਮਤਾ ਸ਼ਬਦ ਜਿਹੜਾ ਹੁੰਦਾ ਹੈ ਨਾ, ਮਾਇਆ ਨਾਲੋਂ ਵੀ ਡੂੰਘਾ ਦੁੱਖ ਹੈ। ਜਿਸ ਚੀਜ਼ ਦੇ ਨਾਲ ਮੋਹ ਜੁੜ ਜਾਵੇ, ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਪਰ ਸਤਿਗੁਰੂ ਕਹਿਣ ਲੱਗੇ ਹੈ ਇਹ ਵੀ ਝੂਠ ਹੀ ਹੈ, ਸਾਰਾ ਕੁਝ ਮਿਥਿਆ ਹੋਇਆ ਹੀ ਹੈ। ਹਉਮੈ ਕਰੀ ਜਾਣਾ ਹੈ, ਪੱਲੇ ਕੁਝ ਨਹੀਂ ਪੈਣ ਵਾਲਾ। ਮਮਤਾ ਦਾ ਰੋਗ ਲਾ ਲਿਆ, ਮਾਇਆ ਦੇ ਨਾਲ ਪ੍ਰੇਮ ਜੋੜ ਲਿਆ, ਪਦਾਰਥਾਂ ਦੇ ਨਾਲ ਪ੍ਰੇਮ ਜੁੜ ਗਿਆ। ਹੈ ਝੂਠ ਹੀ ਹੈ। ਮਿਥਿਆ ਰਾਜ ਜੋਬਨ ਧਨ ਮਾਲ। ਕਹਿ ਲੱਗੇ ਕਈਆਂ ਬੰਦਿਆਂ ਨੂੰ ਰਾਜ ਭਾਗ ਮਿਲ ਗਿਆ, ਉਹ ਉਹਨੂੰ ਹੀ ਸੱਚ ਮੰਨ ਕਰਕੇ ਬੈਠ ਗਏ। ਕਿਉਂਕਿ ਮਿਥਿਆ ਸ਼ਬਦ ਸਤਿਗੁਰਾਂ ਨੇ
ਸਾਰੀਆਂ ਪੰਕਤੀਆਂ ਦੇ ਅੰਦਰ ਵਰਤਿਆ ਹੈ। ਤੇ ਮਿਥਿਆ ਦਾ ਅਰਥ ਹੈ ਝੂਠ, ਨਾਸਵੰਤ ਭੁਲੇਖਾ ਹੈ ਮਨ ਦੇ ਅੰਦਰ। ਸਤਿਗੁਰੂ ਕਹਿੰਦੇ ਮਿਥਿਆ ਰਾਜ, ਹੁਣ ਰਾਜ ਭਾਗ ਮਿਲਿਆ ਹੈ, ਇਹ ਵੀ ਹੈ ਤਾਂ ਝੂਠ ਹੀ ਹੈ ਨਾ, ਸਦਾ ਤੇ ਨਹੀਂ ਟਿਕ ਕਰਕੇ ਰਹਿਣ ਵਾਲਾ। ਜਿਸ ਧਰਤੀ ਦੇ ਉੱਪਰ ਤੂੰ ਰਾਜ ਕਰ ਰਿਹਾ, ਤੇਰੇ ਤੋਂ ਪਹਿਲਾਂ ਕਈ ਕਰਕੇ ਤੁਰ ਗਏ। ਕਈਆਂ ਨੇ ਆਪਣੇ ਨਾਮ ਦੇ ਡੰਕੇ ਵਜਾਏ ਇੱਥੇ, ਪਰ ਕਿਧਰ ਨੂੰ ਚਲੇ ਗਏ ਕੋਈ ਨਹੀਂ ਜਾਣਦਾ। ਪਰ ਇੱਕ ਗੱਲ ਹੈ ਕਿ ਜਿਹੜੇ ਰਾਜ ਭਾਗ ਦੇ ਅੰਦਰ ਚੰਗੇ ਕੰਮ ਕਰ ਗਏ, ਉਹਨਾਂ ਨੂੰ ਜ਼ਰੂਰ ਲੋਕ ਯਾਦ ਕਰਦੇ ਨੇ। ਜਿਨ੍ਹਾਂ ਨੇ ਰਾਜ ਭਾਗ ਨੂੰ ਲੈ ਕਰਕੇ ਨਾ ਕੇਵਲ ਨਾਮ ਤੇ ਨਹੀਂ ਰੱਖਿਆ ਕਿ ਰਾਜ ਨਹੀਂ ਹੈ, ਸੇਵਾ, ਜਿਨ੍ਹਾਂ ਨੇ ਵਾਕਿਆ ਹੀ ਸੇਵਾ ਕੀਤੀ ਰਾਜ ਭਾਗ ਪ੍ਰਾਪਤ ਕਰਕੇ। ਹੁਣ ਆਪਾਂ ਦੇਖ ਹੀ ਰਹੇ ਅੱਜ ਦਾ ਰਾਜ, ਤੇ ਵਾਰ-ਵਾਰ ਸਾਡੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਉਂਦਾ ਸੀ, ਕਿ ਉਹ ਵੀ ਰਾਜ ਸੀ, ਕਿਤੇ ਉੱਦਾਂ ਦਾ ਰਾਜ ਆ ਜਾਵੇ। ਕਿਉਂਕਿ ਜਿਨ੍ਹਾਂ ਨੇ ਰਾਜ ਨੂੰ ਕੇਵਲ ਤੇ ਕੇਵਲ ਸੇਵਾ ਤੱਕ ਹੀ ਸੀਮਤ ਰੱਖਿਆ ਕਿ ਜੇ ਮੈਨੂੰ ਇਹ ਪਦਵੀ ਮਿਲੀ ਹੈ ਤੇ ਘੱਟੋ ਘੱਟ ਮੈਂ ਚੰਗੇ ਕਰਮ ਕਰਕੇ ਤੇ ਸੇਵਾ ਕਰ ਜਾਵਾਂ ਪ੍ਰਜਾ ਦੀ, ਕਿਉਂਕਿ ਰਾਜ ਤਾਂ ਸਦਾ ਰਹਿਣਾ ਹੀ ਨਹੀਂ ਹੈ। ਚਲੋ ਚੰਗੀਆਂ ਗੱਲਾਂ ਤੇ ਚੰਗੇ ਗੁਣ ਜਿਹੜੇ ਨੇ ਉਹ ਸਦਾ ਹੀ ਯਾਦ ਕੀਤੇ ਜਾਂਦੇ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਕੋਈ ਰਾਜ ਦਾ ਹੰਕਾਰ ਕਰਦਾ ਹੈ, ਕਿਸੇ ਗਰੀਬ ਨੂੰ ਤੰਗ ਕਰਦਾ ਹੈ, ਕਿਸੇ ਨੂੰ ਮਾਰ ਕੁੱਟ ਕਰਦਾ, ਜਿੱਦਾਂ ਅੱਜ ਹੋ ਰਹੀ ਹੈ, ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ। ਸਾਰੀ ਧਰਤੀ ਦਾ ਰਾਜ ਵੀ ਕਹਿਣ ਲੱਗੇ ਰੇਤ ਦੀ ਕੰਧ ਵਰਗਾ ਹੈ। ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ, ਨਾਨਕ ਜਨ ਕਹਿਤ ਬਾਤ ਬਿਨ ਸਜਹਿ ਤੇਰੂ ਗਾਤ, ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ। ਤੁਰਿਆ ਜਾਂਦਾ ਸਾਰਾ ਕੁਝ ਇੱਕ ਇੱਕ ਦਿਨ ਕਰਕੇ, ਪਤਾ ਨਹੀਂ ਕਿਹੜੀ ਘੜੀ ਆਉਣੀ ਤੇ ਤੂੰ ਤੁਰ ਜਾਣਾ ਹੈ, ਤੇ ਰਾਜ ਭਾਗ ਸਾਰਾ ਕੁਝ ਇੱਥੇ ਪਿਆ ਰਹਿ ਜਾਣਾ ਹੈ। ਝੂਠ ਹੀ ਹੈ ਸਾਰਾ ਕੁਝ। ਜਿਹਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਅਨਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਖਤ ਆਸਨੰ। ਰਾਜ ਭਾਗ ਦੇ ਕਈ ਤਮਾਸ਼ੇ ਹੁੰਦੇ ਨੇ, ਕਈ ਮੌਜਾਂ ਨੇ, ਸਿਰ ਦੇ ਉੱਪਰ ਛਤਰ ਚੱਲਦਾ ਹੈ, ਬੰਦਾ ਇੱਕ ਇੱਕ ਕਿੰਨਾ ਕਿੰਨਾ ਸ਼ਾਹੀ ਲਕਸ਼ਰ ਲਈ ਫਿਰਦਾ ਹੈ ਆਪਣੇ ਨਾਲ, ਕਿੰਨਾ ਕੁਝ ਉਹ ਮਾਣ ਰਿਹਾ ਹੈ। ਪਰ ਕਹਿ ਲੱਗੇ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ। ਕਹਿ ਲੱਗੇ ਇਹਨਾਂ ਦੇ ਮਗਰ ਲਾ ਕਰਕੇ ਪਰਮੇਸ਼ਰ ਨੂੰ ਭੁੱਲਦਾ ਹੈ। ਪਰ ਯਾਦ ਰੱਖੀਏ ਰਾਜ ਭਾਗ ਤੇ ਮਾਇਆ ਦੇ ਕੌਤਕ ਕੇਵਲ ਸੁਪਨੇ ਦੇ ਸਮਾਨ ਨੇ। ਜਾਗ ਖੁੱਲਦੀ ਤੇ ਸੁਪਨਾ ਖਤਮ ਹੋ ਜਾਂਦਾ ਹੈ, ਤੇ ਰਾਜ ਭਾਗ ਕਦੋਂ ਮਿਟ ਜਾਣਾ ਕੋਈ ਪਤਾ ਹੀ ਨਹੀਂ ਹੈ। ਗੱਦੀਆਂ ਤੇ ਬੈਠੇ ਹੋਏ ਤਰਲੇ ਕੱਢਣ ਦੇ ਉੱਪਰ ਲਿਆ ਦਿੰਦਾ ਹੈ ਪਰਮੇਸ਼ਰ। ਸੁਪਨੇ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ, ਨਾਨਕ ਨਾਮ ਵਿਹੂਣਿਆ ਸੁੰਦਰ ਮਾਇਆ ਧਰੋਹ। ਪਰ ਕਹਿ ਲੱਗੇ ਹੋਇਆ ਕਿ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਆਰਜਾ ਗਈ ਵਿਹਾਏ ਧੰਦੇ ਧਾਇਆ। ਕੇਵਲ ਰਾਜ ਭਾਗ ਦੇ ਸੁਪਨੇ ਲੈ ਕਰਕੇ ਉਹਦੇ ਵਿੱਚ ਸੌਂ ਕਰਕੇ ਸਾਰੀ ਉਮਰ ਜਿਹੜੀ ਹੈ ਉਹ ਬਤੀਤ ਕਰ ਦਿੱਤੀ ਹੈ। ਪਰ ਹੈ ਸਤਿਗੁਰੂ ਕਹਿੰਦੇ ਰਾਜ ਝੂਠ ਹੀ ਹੈ। ਫਿਰ ਦੂਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਮਿਥਿਆ ਰਾਜ ਜੋਬਨ, ਜਵਾਨੀ ਦਾ ਨਸ਼ਾ ਤੇਰੇ ਉੱਪਰ, ਇਹ ਵੀ ਝੂਠਾ ਹੀ ਉਹ ਸਾਰਾ, ਇਹਨੇ ਵੀ ਰਹਿਣਾ ਨਹੀਂ ਤੇਰੇ ਉੱਪਰ। ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਾਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰਹੁ ਮੀਤ। ਜਵਾਨੀ ਦਾ ਵੀ ਹੰਕਾਰ ਨਾ ਕਰੀ ਕਿ ਮੈਨੂੰ ਪਰਵਾਹ ਕੋਈ ਨਹੀਂ ਹੈ। ਯਾਦ ਰੱਖੀ ਨਹਿ ਬਾਰਕ ਨਹਿ ਜੋਬਣੈ, ਨਹਿ ਬਿਰਦੀ ਕਛ ਬੰਦ। ਉਹ ਬੇਰਾ ਨਹਿ ਬੂਝੀਏ ਜੋ ਆਏ ਪਰੈ ਜਮ ਫੰਦ। ਜਮਾਂ ਦੇ ਗਾੜੀ ਇਸ ਜਵਾਨੀ ਦਾ ਹੰਕਾਰ ਨਹੀਂ ਚੱਲਦਾ। ਪਤਾ ਨਹੀਂ ਬਾਲ ਉਮਰ ਦੇ ਅੰਦਰ ਹੀ ਆ ਜਾਣਾ ਤੈਨੂੰ ਲੈਣ ਕੇ, ਜਵਾਨੀ 'ਚ ਆ ਜਾਣਾ ਕਿ ਤੂੰ ਬੁਢੇਪੇ ਤੱਕ ਜਾਣਾ ਵੀ ਹੈ ਕਿ ਨਹੀਂ ਜਾਣਾ। ਇਸ ਗੱਲ ਦਾ ਚੇਤਾ ਰੱਖੀ ਆਪਣੇ ਮਨ ਦੇ ਅੰਦਰ। ਫਿਰ ਇਹ ਜੋਬਨ ਵੀ ਝੂਠਾ ਹੈ। ਧਨ ਮਾਲ ਦਾ ਭਾਵ ਹੈ ਕਿ ਜੋ ਕੁਝ ਅਸੀਂ ਇਕੱਠਾ ਕਰੀ ਬੈਠੇ ਹਾਂ ਸਾਰਾ ਕੁਝ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਵੀ ਝੂਠ ਹੀ ਹੈ।
ਜਿਹਨੂੰ ਭਗਤ ਜੀ ਆਖਦੇ ਨੇ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਦਿਖਾਈ, ਕਹਾ ਪਇਓ ਦਰਬੰਦੇ ਹਾਥੀ ਖਿਨ ਮੈਂ ਭਈ ਪਰਾਈ। ਕਹਿ ਲਗੇ ਰਾਵਣ ਵਰਗੇ ਵੱਡੇ ਵੱਡੇ ਬਲੀ, ਜਿਨ੍ਹਾਂ ਦੀ ਲੰਕਾ ਸਾਰੀ ਸੋਨੇ ਦੀ ਸੀ, ਕਹਿ ਲਗੇ ਉਹਨਾਂ ਦੇ ਦਰਵਾਜ਼ਿਆਂ ਦੇ ਉੱਪਰ ਹਾਥੀ ਘੋੜੇ ਆਦਿ ਕਿੰਨਾ ਕੁਝ ਖਲੋਤਿਆ ਰਹਿੰਦਾ ਸੀ, ਪਰ ਜਿੱਧਰ ਸਵਾਸ ਨਿਕਲੇ ਖਿਨ ਮੈਂ ਭਈ ਪਰਾਈ, ਇੱਕ ਖਿਨ ਦੇ ਅੰਦਰ ਹੀ ਕਹਿ ਲੱਗੇ ਸਾਰਾ ਕੁਝ ਪਰਾਇਆ ਹੋ ਗਿਆ। ਫਿਰ ਇਹ ਸਾਰਾ ਕੁਝ ਇਕੱਠਾ ਕੀਤਾ ਹੋਇਆ ਵੀ ਝੂਠ ਹੀ ਹੈ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਕਹਿ ਲੱਗੇ ਬੰਦਾ ਕਾਮ ਵਾਸ਼ਨਾ ਦੇ ਵਸ ਹੋ ਕਰਕੇ ਆਪਣਾ ਜੀਵਨ ਸਾਰਾ ਕੁਝ ਖਰਾਬ ਕਰ ਲੈਂਦਾ ਹੈ। ਕਈ ਵਾਰੀ ਚੰਗੇ ਤੋਂ ਚੰਗਾ ਰਿਸ਼ਤਾ ਖਰਾਬ ਹੋ ਜਾਂਦਾ ਹੈ, ਪਰ ਸਜਣਾ ਚੇਤੇ ਰੱਖੀ, ਇਹ ਸਾਰੇ ਵਿਕਾਰ ਜਿਹੜੇ ਤੈਨੂੰ ਚੰਬੜੇ ਹੋਏ ਨੇ ਨਾ, ਇਹਨਾਂ ਨੇ ਤੇਰਾ ਜੀਵਨ ਗਰਕ ਕਰ ਦੇਣਾ। ਵਿਕਰਾਲ ਦਾ ਭਾਵ ਹੁੰਦਾ ਹੈ ਤੈਨੂੰ ਭਿਆਨਕ ਸਮੇਂ ਦੇ ਅੰਦਰ ਲੈ ਜਾਣਾ ਇਹਨਾਂ ਨੇ। ਕ੍ਰੋਧ ਜਿਹੜਾ ਤੈਨੂੰ ਚੰਬੜਿਆ ਹੋਇਆ, ਕ੍ਰੋਧ ਵਸ ਹੋ ਕਰਕੇ ਬੰਦਾ ਕਈ ਕੁਝ ਕਰ ਬੈਂਦਾ, ਆਪਣਿਆਂ ਨੂੰ ਵੀ ਨਹੀਂ ਬਖਸ਼ਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੇ ਤੈਨੂੰ ਵਿਕਰਾਲ ਭਿਆਨਕ ਰਸਤੇ ਦੇ ਉੱਪਰ ਤੋਰ ਦੇਣਾ ਹੈ। ਮਿਥਿਆ ਰੱਥ ਹਸਤੀ ਅਸਵ ਬਸਤਰਾ। ਫਿਰ ਸਤਿਗੁਰੂ ਕਹਿੰਦੇ ਰੱਥ ਦਾ ਭਾਵ ਹੁੰਦਾ ਚੰਗੀਆਂ ਸਵਾਰੀਆਂ, ਕਿਉਂਕਿ ਜਦੋਂ ਦੀ ਸਤਿਗੁਰੂ ਗੱਲ ਕਰ ਰਹੇ ਨੇ ਉਦੋਂ ਰੱਥ ਵੀ ਉਹਨਾਂ ਕੋਲ ਹੁੰਦੇ ਸਨ, ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ। ਅੱਜ ਰੱਥ ਤੋਂ ਬਦਲ ਕਰਕੇ ਕਰੋੜਾਂ ਦੇ ਵਿੱਚੋਂ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ ਰਾਜਿਆਂ ਦੇ ਕੋਲ। ਉਦੋਂ ਰੱਥ ਹੁੰਦੇ ਸਨ, ਉਹ ਰੱਥ ਦੀ ਸਵਾਰੀ ਕਰਿਆ ਕਰਦੇ ਸਨ, ਉੱਪਰ ਛਤਰ ਝੁੱਲਦਾ ਹੁੰਦਾ ਸੀ। ਪਰ ਸਤਿਗੁਰੂ ਕਹਿਣ ਲੱਗੇ ਹੈ ਤਾਂ ਇਹ ਵੀ ਝੂਠ ਹੀ ਹੈ। ਹਸਤੀ ਘੋੜੇ ਆਦਿਕ ਬਸਤਰਾ, ਜਿੱਥੇ ਤੂੰ ਰਹਿ ਰਿਹਾ ਮਹਿਲ ਬਣਾ ਰਹੀਆਂ, ਇਹ ਸਾਰਾ ਕੁਝ ਕਹਿਣ ਲੱਗੇ ਝੂਠ ਦੀ ਬੁਨਿਆਦ ਦੇ ਉੱਪਰ ਹੀ ਖੜਿਆ ਹੈ। ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ। ਦੁਨੀਆ ਦੇ ਰੰਗਾਂ ਦੇ ਨਾਲ ਲੱਗ ਕਰਕੇ ਮਾਇਆ ਪੇਕ ਹਸਤਾ, ਚੰਗੇ ਪਦਾਰਥ ਤੇ ਮਾਇਆ ਵੇਖ ਕਰਕੇ ਜਿਹੜਾ ਤੂੰ ਖੁਸ਼ ਹੁੰਦਾ ਹੈ ਨਾ, ਸਤਿਗੁਰੂ ਕਹਿਣ ਲੱਗੇ ਮਿਥਿਆ ਹੈ ਤਾਂ ਇਹ ਵੀ ਝੂਠ ਹੀ ਹੈ। ਸਾਰਾ ਕੁਝ ਸੱਚ ਨਹੀਂ ਹੈ ਜੋ ਕੁਝ ਵੇਖ ਕਰਕੇ ਤੂੰ ਖੁਸ਼ ਹੋਈ ਜਾਂਦਾ ਹੈ। ਇਹਨਾਂ ਰੰਗਾਂ ਦੇ ਵਿੱਚ ਰੰਗਾ ਲੱਗ ਕਰਕੇ, ਕਿਉਂਕਿ ਸਤਿਗੁਰੂ ਕਹਿ ਰਹੇ ਇਹਨਾਂ ਵਿੱਚ ਪੈ ਕਰਕੇ ਬੰਦਾ ਪਰਮੇਸ਼ਰ ਨੂੰ ਭੁੱਲਿਆ ਹੋਇਆ ਹੈ। ਦੁਨੀਆ ਦੇ ਰੰਗ ਦੇਖਦੇ ਆਪਾਂ ਕਦੇ ਵੀ ਵਾਹਿਗੁਰੂ ਦਾ ਚੇਤਾ ਨਹੀਂ ਆਉਂਦਾ। ਮਾਇਆ ਪੇਕ ਹਸਤਾ, ਅਸੀਂ ਚੰਗੀ ਮਾਇਆ ਕਮਾ ਲਈ ਇੱਕ ਦਿਨ ਦੇ ਵਿੱਚ, ਬੰਦਾ ਕਿੰਨਾ ਖੁਸ਼ ਹੁੰਦਾ ਸ਼ਾਮ ਨੂੰ, ਮੈਂ ਇੰਨਾ ਕੁਝ ਕਰ ਲਿਆ, ਇੰਨੀ ਇਕੱਠੀ ਕਰ ਲਈ, ਇੰਨੀ ਮੈਂ ਆਪਣਿਆਂ ਵਾਸਤੇ ਇਕੱਠੀ ਕਰ ਜਾਣੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਪਤਾ ਹੀ ਨਹੀਂ ਕਿ ਸਵੇਰ ਦਾ ਦਿਨ ਵੀ ਚੜ੍ਹਨਾ ਹੈ ਜਾਂ ਨਹੀਂ ਚੜ੍ਹਨਾ, ਰਹਿ ਤਾਂ ਸਾਰਾ ਕੁਝ ਇੱਥੇ ਹੀ ਜਾਣਾ ਹੈ ਨਾ। ਇਸ ਕਰਕੇ ਮਿਥਿਆ ਰੰਗ ਸੰਗ ਮਾਇਆ ਬੇਕਸਦਾ, ਝੂਠ ਹੀ ਵੇਖ ਕਰਕੇ ਖੁਸ਼ ਹੋਈ ਜਾਣਾ, ਐਵੇਂ ਜਾਣ ਕਰਕੇ ਹੀ ਸਾਰਾ ਕੁਝ ਝੂਠ ਵੇਖ ਕਰਕੇ ਤੈਨੂੰ ਸੱਚ ਮੰਨੀ ਜਾਣਾ ਹੈ। ਮਿਥਿਆ ਧਰੋ ਮੋਹ ਅਭਿਮਾਨ। ਕਹਿਣ ਲੱਗੇ ਜਿਹੜਾ ਕਿਸੇ ਨਾਲ ਧਰੋ ਕਮਾਉਣਾ ਹੈ ਤੂੰ, ਧਰੋ ਦਾ ਭਾਵ ਹੁੰਦਾ ਕਿਸੇ ਦੇ ਨਾਲ ਠੱਗੀ ਮਾਰਦਾ ਹੈ, ਤੇ ਮਨ ਕਿੰਨਾ ਖੁਸ਼ ਹੁੰਦਾ ਹੈ ਕਿ ਮੈਂ ਫਲਾਣੇ ਨੂੰ ਠੱਗੀ ਮਾਰ ਲਈ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਤਾਂ ਇਹ ਵੀ ਝੂਠ ਹੀ ਹੈ ਨਾ। ਕਿਸੇ ਦੇ ਨਾਲ ਮਾਰ ਲਈ, ਉਹਦੀਆਂ ਬਦ ਸੀਸਾਂ ਹੀ ਲਏਗਾ, ਸੀਸਾਂ ਤਾਂ ਮਿਲਣੀਆਂ ਹੀ ਨਹੀਂ ਹੈ, ਤੇ ਹੈ ਝੂਠ ਹੀ ਹੈ ਜੋ ਕੁਝ ਤੂੰ ਉਹਦੇ ਕੋਲੋਂ ਠੱਗ ਲਿਆ ਹੈ। ਮੋਹ ਕਰਦਾ ਕਹਿਣ ਲੱਗੇ ਇਹ ਵੀ ਝੂਠ ਹੈ। ਅਭਿਮਾਨ ਦਾ ਅਰਥ ਹੁੰਦਾ ਹੈ ਹੰਕਾਰ ਕਰਨਾ, ਕਈਆਂ ਚੀਜ਼ਾਂ ਦਾ ਹੰਕਾਰ ਮਨ ਦੇ ਅੰਦਰ ਲਈ ਬੈਠਾ ਹੈ। ਪਰ ਕਹਿਣ ਲੱਗੇ ਧਰੋ ਕਰਨਾ ਇਹ ਵੀ ਝੂਠ ਹੈ, ਮੋਹ ਕਰਨਾ ਇਹ ਵੀ ਝੂਠ ਹੈ, ਕਿਸੇ ਚੀਜ਼ ਦਾ ਹੰਕਾਰ ਕਰਨਾ ਇਹ ਵੀ ਝੂਠ ਹੈ। ਕਿਉਂਕਿ ਜਿਹਦਾ ਹੰਕਾਰ ਕਰਦਾ ਨਾ ਉਹ ਚੀਜ਼ ਰਹਿਣੀ ਹੈ ਤੇ ਨਾ ਤੂੰ ਹੀ ਰਹਿਣਾ। ਹੋ ਸਕਦਾ ਉਹਦੀ ਬੁਨਿਆਦ ਹੋਵੇ, ਬੰਦੇ ਦੀ ਤਾਂ ਹੈ ਹੀ ਨਹੀਂ। ਆਪਾਂ ਤੇ ਖੜੇ ਹੀ ਇੱਕ ਸਵਾਸ ਦੇ ਉੱਪਰ ਆ, ਪਹਿਲਾਂ ਵੀ ਆਪਾਂ ਬਚਨ ਪੜ੍ਹੇ ਨੇ। ਆਪਣੇ ਕੋਲ ਤਾਂ ਸਮਾਂ ਹੀ ਸਤਿਗੁਰੂ ਕਹਿੰਦੇ ਬਹੁਤ ਘੱਟ ਹੈ ਤੇਰੇ ਕੋਲ, ਤਾਂ ਤੈਨੂੰ ਹੰਕਾਰ ਵਾਲੇ ਬੰਨੇ ਨੂੰ ਤੇ ਜਾਣਾ ਹੀ ਨਹੀਂ ਚਾਹੀਦਾ। ਧਰੋ ਕਮਾਉਣਾ, ਮੋਹ ਕਰਨਾ, ਅਭਿਮਾਨ ਕਰਨਾ, ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਝੂਠ ਹੈ। ਮਿਥਿਆ ਆਪਸੇ ਉੱਪਰ ਕਰਤ ਗੁਮਾਨ। ਤੇ ਜੇ ਕੋਈ ਆਪਣੇ ਉੱਪਰ ਹੰਕਾਰ ਕਰਦਾ ਤੇ ਉਹ ਵੀ ਝੂਠਾ ਹੈ। ਜੇ ਕੋਈ ਕਹਿੰਦਾ ਕਿ ਮੇਰੇ ਕੋਲ ਗਿਆਨ ਬਹੁਤ ਹੈ, ਮੈਂ ਸਿਆਣਾ ਬਹੁਤ ਹੈ, ਇੱਦਾਂ ਦੀਆਂ ਗੱਲਾਂ ਆਪਾਂ ਕਰਦੇ ਕਈ ਵਾਰੀ ਬੈਠ ਕਰਕੇ। ਪਰ ਸਤਿਗੁਰੂ ਕਹਿੰਦੇ ਝੂਠ ਹੀ ਹੈ ਜਿਹੜਾ ਆਪਸ ਉੱਪਰ ਕਰਤ ਗੁਮਾਨ, ਆਪਣੇ ਉੱਪਰ ਹੀ ਹੰਕਾਰ ਕਰੀ ਜਾਂਦਾ। ਇਹ ਤੈਨੂੰ ਪਰਮੇਸ਼ਰ ਨੇ ਦਿੱਤਾ ਹੋਇਆ ਸਾਰਾ ਕੁਝ।
ਜੇ ਤੇਰੇ ਕੋਲ 4 ਛਿਲੜਾਂ ਵੱਧ ਨੇ ਤੇ ਉਹਦਾ ਸ਼ੁਕਰਾਨਾ ਕਰਿਆ ਕਰ, ਹੰਕਾਰ ਨਾ ਕਰਿਆ ਕਰ। ਕਿਸੇ ਮਾੜੇ ਨੂੰ ਦੇਖ ਕਰਕੇ ਨਾ ਉਹਦੇ ਬਾਬਤ ਕੁਝ ਗਲਤ ਨਾ ਬੋਲਿਆ ਕਰਕੇ ਮੈਂ ਸਿਆਣਾ ਸੀ ਤੇ ਮੈਂ ਇੰਨਾ ਕੁਝ ਜੋੜ ਲਿਆ ਹੈ। ਨਹੀਂ, ਪਰਮੇਸ਼ਰ ਨੇ ਬੁੱਧੀ ਪਾਈ ਤੇ ਫੇਰ ਹੀ ਆਪਾਂ ਨੂੰ ਪ੍ਰਾਪਤ ਹੋਇਆ ਹੈ ਸਾਰਾ ਕੁਝ। ਜੇ ਤੇਰੇ ਕੋਲ ਗਿਆਨ ਦੇ 4 ਅੱਖਰ ਪੜ ਗਿਆ ਤੇ ਇਹਦਾ ਹੰਕਾਰ ਨਾ ਕਰਿਆ ਕਰਕੇ, ਮੇਰੇ ਕੋਲ ਹੰਕਾਰ ਦੇ ਵਸ ਹੋ ਕਰਕੇ ਕਿ ਗਿਆਨ ਬੜਾ ਹੈ, ਪਰਮੇਸ਼ਰ ਹੀ ਬੁਲਾ ਰਿਹਾ ਤੇ ਫੇਰ ਹੀ ਬੋਲ ਰਹੇ ਆਪਾਂ। ਹੋ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਜੇ ਪਰਮੇਸ਼ਰ ਨੇ ਆ ਰਸਨਾ ਦਿੱਤੀ ਇਹਦੇ ਤੇ ਬੋਲ 4 ਪਾਏ ਨੇ ਤੇ ਫੇਰ ਹੀ ਬੋਲ ਸਕਦੇ ਆ। ਪਰ ਸਤਿਗੁਰੂ ਕਹਿੰਦੇ ਜੇ ਕੋ ਕਵੇ ਆਪਸ ਉੱਪਰ ਕਰਤ ਕੁਮਾਨ, ਆਪਣੇ ਤੇ ਹੰਕਾਰ ਕਰੇ ਤੇ ਮਿਥਿਆ ਕਹਿਣ ਲੱਗੇ ਤੇਰਾ ਹੰਕਾਰ ਕਰਨਾ ਝੂਠ ਹੈ, ਕਿਉਂਕਿ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਹੁਣ ਇੱਥੋਂ ਤੱਕ ਸਤਿਗੁਰਾਂ ਨੇ ਸਾਰਾ ਕੁਝ ਦੱਸ ਦਿੱਤਾ ਹੈ ਕਿ ਕੋਈ ਚੀਜ਼ ਵੀ ਟਿਕਣ ਵਾਲੀ ਨਹੀਂ ਹੈ। ਇੱਕ ਇੱਕ ਚੀਜ਼ ਸਾਨੂੰ ਗਿਣਾ ਦਿੱਤੀ ਹੈ। ਤਾਂ ਫਿਰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰਕੇ ਦੱਸੋ ਹੁਣ ਸਾਨੂੰ ਕਿ ਜਿਹੜੀ ਚੀਜ਼ ਸਦਾ ਰਹਿਣ ਵਾਲੀ ਹੈ। ਇਹ ਤਾਂ ਸਾਰਾ ਕੁਝ ਹੀ ਸਤਿਗੁਰੂ ਜੀ ਝੂਠ ਹੈ। ਤਨ ਧਨ ਕੁਟੰਬ ਪਰਿਵਾਰ ਰਾਜ ਜੋਬਨ ਜਵਾਨੀ ਬਿਰਧ ਸਾਰਾ ਕੁਝ ਹੀ ਚਲਾਏ ਬਾੜ ਹੈ, ਕੁਝ ਵੀ ਟਿਕਣ ਵਾਲਾ ਨਹੀਂ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਿਰ ਅਖੀਰਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ, ਅਸ ਤੇਰੇ ਭਗਤ ਸਾਧ ਕੀ ਸਰਨ। ਕਹਿਣ ਲੱਗੇ ਜੇ ਕੁਝ ਟਿਕਣ ਵਾਲਾ ਹੈ ਨਾ, ਪਹਿਲਾਂ ਮਿਥਿਆ ਸ਼ਬਦ ਵਰਤਿਆ, ਹੁਣ ਅਸਥਿਰ। ਅਸਥਿਰ ਦਾ ਭਾਵ ਹੈ ਕਿ ਜਿਹੜੀ ਸਦਾ ਹੀ ਟਿਕ ਕਰਕੇ ਰਹਿਣੀ ਹੈ, ਉਹ ਹੈ ਭਗਤ ਸਾਧ ਕੀ ਸਰਨ। ਭਗਤੀ ਇੱਕ ਕਿਸੇ ਮਹਾਂਪੁਰਖ ਦੇ ਚਰਨੀ ਲੱਗ ਜਾ ਤੇ ਉਹਦੇ ਨਾਲ ਮਿਲ ਕਰਕੇ ਨਾਮ ਜਪ ਲੈ, ਉਹ ਸਦਾ ਹੀ ਰਹਿਣ ਵਾਲੀ ਚੀਜ਼ ਹੈ। ਉਹ ਤੇਰੇ ਕੰਮ ਆਉਣ ਵਾਲੀ ਹੈ, ਲੋਕ ਤੇ ਪਰਲੋਕ ਦੇ ਵਿੱਚ ਵੀ ਜਾ ਕਰਕੇ ਉਹਨੇ ਸਹਾਈ ਬਣਨਾ ਹੈ। ਅਸਥਿਰ ਭਗਤ ਸਾਧ ਕੀ ਸਰਨ, ਪਰਮੇਸ਼ਰ ਦਾ ਨਾਮ ਜਪਣਾ, ਚੰਗਿਆਂ ਦੀ ਸੰਗਤ ਕਰਨੀ, ਚੰਗੇ ਗੁਣ ਧਾਰਨ ਕਰ ਲੈਣੇ, ਭਗਤੀ ਪਰਮੇਸ਼ਰ ਦਾ ਨਾਮ ਜਪਣਾ, ਇਹ ਚੀਜ਼ਾਂ ਸਤਿਗੁਰੂ ਕਹਿਣ ਲੱਗੇ ਰਹਿਣ ਵਾਲੀਆਂ ਨੇ। ਬੰਦਾ ਸਰੀਰ ਕਰਕੇ ਨਹੀਂ ਰਹਿੰਦਾ, ਚੰਗੇ ਗੁਣ ਰਹਿ ਜਾਂਦੇ ਦੁਨੀਆ ਦੇ ਅੰਦਰ। ਜਿਹੜਾ ਨਾਮ ਜਪ ਕਰਕੇ ਜਾਂਦਾ ਹੈ, ਸੀਸਾਂ ਲੈ ਜਾਂਦਾ ਹੈ, ਉਹਨੂੰ ਦੁਨੀਆ ਸਦਾ ਹੀ ਯਾਦ ਕਰਦੀ ਹੈ। ਬਾਕੀ ਤਾਂ ਸਾਰਾ ਕੁਝ ਮਿਟਣਾ ਹੀ ਮਿਟਣਾ ਹੈ। ਪਰ ਸਤਿਗੁਰੂ ਕਹਿੰਦੇ ਇਹ ਗੁਣ ਧਾਰਨ ਕਰ ਲੈ, ਇੱਕ ਭਗਤੀ ਵਿੱਚ ਲੱਗ ਜਾ, ਇੱਕ ਚੰਗਿਆਂ ਦੀ ਸ਼ਰਣੀ ਪੈ ਜਾ ਤੇ ਗੁਰਮੁਖਾਂ ਦੀ ਸੰਗਤ ਕਰ। ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਕਹਿਣ ਲੱਗੇ ਜੀਵਨ ਜੀਣਾ ਹੈ ਤੇ ਪਰਮੇਸ਼ਰ ਦਾ ਨਾਮ ਜਪ ਕਰਕੇ। ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਹਰੀ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ, ਉਹਦਾ ਨਾਮ ਹੀ ਉਹਦੇ ਚਰਨ ਨੇ। ਉਹ ਪਰਮੇਸ਼ਰ ਦਾ ਨਾਮ ਜਪ, ਉਹਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈ। ਤੂੰ ਸਦਾ ਦੇ ਵਾਸਤੇ ਗੁਰੂ ਦੇ ਚਰਨਾਂ ਦੇ ਅੰਦਰ ਟਿਕ ਜਾਵੇਂਗਾ, ਫਿਰ ਨਹੀਂ ਤੇਰਾ ਕਿਸੇ ਬੰਨੇ ਵੀ ਚਲਾਈਮਾਨ ਹੋ ਸਕਦਾ। ਇਹੀ ਚੀਜ਼ਾਂ ਕੇਵਲ ਤੇ ਕੇਵਲ ਟਿਕਣ ਵਾਲੀਆਂ ਨੇ। ਇਹਦੇ ਤੋਂ ਇਲਾਵਾ ਜੋ ਕੁਝ ਵੀ ਹੈ ਨਾ, ਸਤਿਗੁਰੂ ਕਹਿੰਦੇ ਸਾਰਾ ਕੁਝ ਝੂਠ ਹੈ ਤੇ ਇਹਨੂੰ ਝੂਠ ਮੰਨ ਕਰਕੇ ਜ਼ਿੰਦਗੀ ਅੰਦਰ ਜੀ ਤੂੰ। ਇਹਨਾਂ ਚੀਜ਼ਾਂ ਦੇ ਜੋ ਕੁਝ ਵੀ ਤੈਨੂੰ ਦਿੱਤਾ ਹੋਇਆ ਨਾ ਪਰਮੇਸ਼ਰ ਨੇ, ਇਹਨਾਂ ਦੀ ਜ਼ਰੂਰਤ ਹੈ ਸਾਨੂੰ ਸੰਸਾਰ ਦੇ ਅੰਦਰ। ਤਾਂ ਹੀ ਤਾਂ ਪਰਮੇਸ਼ਰ ਨੇ ਸਾਰਾ ਕੁਝ ਰਚਿਆ ਹੋਇਆ ਹੈ। ਪਰ ਸਾਨੂੰ ਨਾਲ ਦੀ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਸਮਝਾਈ ਜਾਂਦੇ ਨੇ ਕਿ ਭਲਿਆ ਇਹ ਤੈਨੂੰ ਦਿੱਤਾ ਹੈ ਕੇਵਲ ਵਰਤਣ ਦੇ ਵਾਸਤੇ। ਜਿੱਦਾਂ ਪਿੱਛੇ ਆਪਾਂ ਨੂੰ ਸਤਿਗੁਰੂ ਸਮਝਾਏ ਕਿ ਜਦੋਂ ਪ੍ਰਮਾਤਮਾ ਵਾਪਸ ਲੈਂਦਾ ਉਦੋਂ ਲਾਮੇ ਨਾ ਦਿਆ ਕਰ। ਉਹਨੇ ਦਿੱਤਾ ਹੈ, ਜੋ ਦੇ ਰਿਹਾ ਉਹੀ ਦੇ ਰਿਹਾ ਹੈ। ਜੇ ਕੁਝ ਵਾਪਸ ਲੈ ਲੈਂਦਾ ਤੇ ਮੰਨਿਆ ਕਰ ਤੇਰਾ ਹੀ ਦਿੱਤਾ ਹੋਇਆ ਸਾਰਾ ਕੁਝ। ਪਰ ਜੋ ਕੁਝ ਅਸੀਂ ਲੈ ਰਹੇ ਹਾਂ ਪ੍ਰਮਾਤਮਾ ਦੇ ਕੋਲੋਂ, ਜਦੋਂ ਸਾਡੇ ਕੋਲ ਆ ਗਿਆ, ਫਿਰ ਜਦੋਂ ਖੁੱਸਦਾ ਹੈ ਫਿਰ ਅਸੀਂ ਕਹਿੰਦੇ ਇਹ ਸਾਡਾ ਸੀ ਤੇ ਸਾਡੇ ਕੋਲੋਂ ਲੈ ਲਿਆ ਗਿਆ ਹੈ। ਪਰ ਸਤਿਗੁਰੂ ਕਹਿ ਰਹੇ ਨਾ ਮਗਰ ਕਿ ਅਮਾਨਤ ਹੈ ਪ੍ਰਮਾਤਮਾ ਨੇ ਦਿੱਤੀ ਹੋਈ ਹਰ ਇੱਕ ਪਦਾਰਥ, ਜਦੋਂ ਚਾਹੇ ਉਹ ਵਾਪਸ ਲੈ ਸਕਦਾ ਹੈ। ਆਪਾਂ ਨੂੰ ਰੋਸ ਨਹੀਂ ਕਰਨਾ ਚਾਹੀਦਾ, ਸ਼ੁਕਰਾਨਾ ਹੀ ਕਰਨਾ ਚਾਹੀਦਾ ਉਸ ਪ੍ਰਮਾਤਮਾ ਦਾ। ਤਾਂ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਮਝਾਇਆ ਹੈ ਕਿ ਭਾਈ ਹੈ ਸਾਰਾ ਕੁਝ ਝੂਠ ਹੀ ਹੈ ਸੰਸਾਰ। ਇਹਦੇ ਅੰਦਰ ਜੋ ਕੁਝ ਵੀ ਵੇਖ ਰਹੇ ਆ ਸਾਰਾ ਕੁਝ ਬਿਨਸਨਹਾਰ ਹੈ। ਇਸ ਬਿਨਸਨਹਾਰ ਦੇ ਨਾਲ ਨਾ ਚਿੱਤ ਜੋੜ ਆਪਣਾ, ਆਪਾਂ ਜੁੜਨਾ ਪਰਮੇਸ਼ਰ ਦੇ ਨਾਲ ਹੈ। ਰਸਤਾ ਆਪਾਂ ਨੂੰ ਪਰਮੇਸ਼ਰ ਨੇ ਅਖਤਿਆਰ ਕਰਕੇ ਦਿੱਤਾ ਹੈ, ਜਨਮ ਦੇ ਕਰਕੇ ਭੇਜਿਆ ਧਰਤੀ ਦੇ ਉੱਪਰ। ਇੱਕ ਇੱਕ ਪਦਾਰਥ ਸਾਡੀ ਝੋਲੀ ਵਿੱਚ ਪਾਇਆ ਹੈ, ਪਰ ਕਦੇ ਇਹੋ ਜਿਹੀ ਹਾਲਤ ਨਾ ਬਣ ਜਾਵੇ। ਸਤਿਗੁਰੂ ਕਹਿੰਦੇ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮਾਂ ਦੀ ਗਰਭ ਵਿੱਚ ਰੱਖਿਆ, ਉਹਨੇ ਹੱਥ ਦੇ ਕਰਕੇ
ਪਰ ਜਦੋਂ ਅਸੀਂ ਧਰਤੀ ਤੇ ਆ ਗਏ ਤੇ ਜਿੱਦਾਂ ਆਪਾਂ ਕਹਿੰਦੇ ਫਿਰ ਤੂੰ ਕੌਣ ਤੇ ਮੈਂ ਕੌਣ, ਫਿਰ ਆਪਾਂ ਕੀ ਬਣ ਗਿਆ ਹਾਲਤ ਸਾਡੀ, ਉਹਨੂੰ ਵਿਸਾਰ ਦਿੱਤਾ ਤੇ ਦੁਨੀ ਚਿਤ ਲਾਇਆ। ਚਿੱਤ ਸਾਡਾ ਜਿਹੜਾ ਸੀ ਉਹ ਦੁਨੀਆ ਦੇ ਨਾਲ ਜੁੜ ਗਿਆ। ਪਰ ਸਤਿਗੁਰੂ ਕਹਿੰਦੇ ਨਹੀਂ, ਇੱਕ ਚੇਤੀ ਪਰਮੇਸ਼ਰ ਦੇ ਨਾਲ ਆਪਾਂ ਜੋੜ ਕਰਕੇ ਰੱਖਣਾ ਹੈ। ਆ ਸੰਸਾਰਕ ਧੰਦੇ ਵੀ ਕਰੀ ਜਾਣੇ ਨੇ ਨਾਲ ਦੀ ਨਾਲ, ਇਹਨਾਂ ਦੀ ਵੀ ਆਪਾਂ ਨੂੰ ਜ਼ਰੂਰਤ ਹੈ, ਪਰ ਅੰਦਰ ਵਾਲੀ ਡੋਰੀ ਉਹਦੇ ਨਾਲ ਹੀ ਜੋੜ ਕਰਕੇ ਰੱਖਣੀ ਹੈ। ਜਿਹਨੂੰ ਭਗਤ ਜੀ ਕਹਿੰਦੇ ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇਰਾ ਹਰ ਇੱਕ ਕੰਮ ਧਰਮੀ ਬਣ ਜਾਵੇ, ਹਰ ਇੱਕ ਕਾਰਜ ਜਿਹੜਾ ਉਹ ਸੇਵਾ ਬਣ ਜਾਵੇ, ਇੱਕ ਇੱਕ ਕਾਰਜ ਦੇ ਵਿੱਚ ਸਿਮਰਨ ਤੇਰੇ ਨਾਲ ਦੀ ਨਾਲ ਚੱਲੇ, ਤੈਨੂੰ ਗੁਰੂ ਦਾ ਚੇਤਾ ਰਵੇ ਕਿ ਮੈਂ ਇਹ ਕੰਮ ਕਰਨ ਲੱਗਾ ਹੈ, ਮੇਰੇ ਗੁਰੂ ਦਾ ਹੁਕਮ ਹੈ ਜਾਂ ਨਹੀਂ ਹੈ। ਜੇ ਨਹੀਂ ਤੇ ਉਸ ਕਾਰਜ ਤੋਂ ਆਪਾਂ ਪਿੱਛੇ ਹਟ ਜਾਈਏ, ਫਿਰ ਸਾਡਾ ਜੀਵਨ ਸਾਰਾ ਕੁਝ ਜਿਹੜਾ ਉਹ ਸੁਖੀ ਹੋ ਜਾਵੇਗਾ। ਤੇ ਸਤਿਗੁਰੂ ਸਾਨੂੰ ਤਾਂ ਸਮਝਾਉਂਦੇ ਨੇ ਕਿ ਭਾਈ ਹੰਕਾਰ ਕਰਨਾ, ਮੋਹ ਦੇ ਵਸ ਹੋ ਜਾਣਾ ਤੇ ਧਰੋ ਕਮਾਉਣਾ ਕਾਹਦੇ ਵਾਸਤੇ ਕਰ ਰਹੇ ਹਾਂ ਸਾਰਾ ਕੁਝ, ਕਿਉਂਕਿ ਜਦੋਂ ਨਾਸਵੰਤ ਹੀ ਹੋ ਜਾਣਾ ਸਾਰਾ ਕੁਝ, ਜਦੋਂ ਰਹਿਣਾ ਹੀ ਨਹੀਂ, ਆਪਾਂ ਹੀ ਨਹੀਂ ਰਹਿਣਾ, ਤੇ ਫਿਰ ਹੋਰ ਆਪਾਂ ਐਵੇਂ ਠੱਗੀਆਂ ਮਾਰ ਕਰਕੇ ਤੇ ਜੋੜ ਕਰਕੇ ਕੀ ਕਰਨਾ ਹੈ। ਠੀਕ ਆ, ਇਹੋ ਮੰਗੀਏ ਸਤਿਗੁਰਾਂ ਦੇ ਕੋਲੋਂ, ਜਿੰਨੇ ਉਹਨੇ ਸਵਾਸ ਦਿੱਤੇ ਨੇ, ਆਪਣਾ ਸਰੀਰ ਤੰਦਰੁਸਤ ਰਵੇ, ਆਪਾਂ ਦਸਾਂ ਨੋਹਾਂ ਦੀ ਕਿਰਤ ਕਰਕੇ ਤੇ ਛਕੀ ਚੱਲੀਏ। ਪ੍ਰਮਾਤਮਾ ਦੀ ਕਿਰਪਾ ਹੈ, ਪਤਾ ਨਹੀਂ ਕਦੋਂ ਇਹ ਬਾਜੀ ਖੇਡੀ ਜਾਣੀ ਹੈ ਤੇ ਕਦੋਂ ਸਾਰਾ ਕੁਝ ਖਤਮ ਹੋ ਜਾਣਾ ਹੈ। ਐਵੇਂ ਲੰਮੀ ਆਸ ਲਾ ਕਰਕੇ ਸਤਿਗੁਰੂ ਕਹਿੰਦੇ ਇਹਦੇ ਨਾਲ ਚਿੱਤ ਨਾ ਜੋੜ, ਸਾਰਾ ਕੁਝ ਝੂਠ ਦੀ ਬੁਨਿਆਦ ਤੇ ਖੜਾ ਹੈ। ਹਾਂ, ਪਰਮੇਸ਼ਰ ਦਾ ਨਾਮ ਜਪਿਆ ਕਰ, ਵੱਧ ਤੋਂ ਵੱਧ ਸਦਾ ਟਿਕ ਕਰਕੇ ਰਹੇਗਾ, ਤੈਨੂੰ ਅਨੇਕਾਂ ਸੁੱਖ ਪ੍ਰਾਪਤ ਹੋਣਗੇ। ਸੋ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਆਪਾਂ ਨੂੰ ਪੰਜਵੀਂ ਅਸ਼ਟਪਦੀ ਦੇ ਅੰਦਰ ਚੌਥੀ ਪੌੜੀ ਦੇ ਦੁਆਰਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਹਜ਼ੂਰ ਦਾ ਕਿਹਾ ਹੋਇਆ ਇੱਕ ਇੱਕ ਬਚਨ ਸਾਡੇ ਜੀਵਨ ਦਾ ਅੰਗ ਬਣ ਜਾਵੇ। ਅਸੀਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕਰਕੇ, ਹਜ਼ੂਰ ਦੇ ਚਰਨਾਂ ਦੇ ਨਾਲ ਜੁੜ ਕਰਕੇ ਨਾਮ ਤੇ ਸਿਮਰਨ ਭਾਵਨਾ ਵਾਲਾ ਆਪਣਾ ਜੀਵਨ ਬਣਾ ਸਕੀਏ। ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਜੀ ਕਿਰਪਾ ਕਰਨਾ। ਆਓ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।